Hello students. So I was on the end of bipolarity topic. So we have continued from the shock therapy. ਜਿਹੜਾ ਇਸ ਤੋਂ ਪਹਿਲਾਂ ਕੀ ਸੀਗਾ ਜਿਹੜਾ ਆਪਣਾ ਅੱਧਾ ਚੈਪਟਰ ਹੋ ਗਿਆ ਸੀਗਾ ਠੀਕ ਹੈ ਲਾਈਕ what were the factors of the disintegration of Soviet Union and what were the consequences of disintegration of Soviet Union ਕੀ ਜਿਹੜਾ consequences ਘਟਨਾਵਾਂ ਕੀ ਸੀਗੀਆਂ ਕਿ ਜਿਹੜਾ ਸੋਵੀਅਤ ਯੂਨੀਅਨ ਸੀਗਾ ਉਹਦੇ ਟੁੱਟਣ ਤੋਂ ਬਾਅਦ ਉਹਦਾ ਰਿਜ਼ਲਟ ਕੀ ਆਇਆ ਸੀਗਾ ਸੋ ਬਾਇਪੋਲਰ ਵਰਲਡ ਮੀਨਸ ਦੋ ਪੋਲਰ ਸੀਗੇ ਇੱਕ ਸਾਈਡ ਵਨ ਸਾਈਡ USA ਐਂਡ ਅਨਦਰ ਸਾਈਡ ਵਾਸ USSR ਸੋ ਜਿਹੜਾ USSR ਗਰੁੱਪ ਸੀਗਾ ਜਿਹੜਾ ਉਹ ਟੁੱਟ ਗਿਆ ਸੀਗਾ ਤੇ ਨਾਓ USA become only supreme power so world become unipolar पोलर मतलब की है ਜਿਹੜਾ ਆਪਾਂ ਪੋਲ ਕਹ ਲਈਏ ਤੇ ਯੂਨੀ ਮੀਨਸ ਹੁੰਦਾ ਇੱਕ ਬਾਇਓ ਮੀਨਸ ਹੁੰਦਾ ਦੋ ਤਾਂ ਹੁਣ ਕੀ ਸੀਗਾ ਵਰਲਡ ਹੈ ਜਿਹੜਾ ਉਹ ਯੂਨੀਪੋਲਰ ਬਣ ਗਿਆ ਸੀਗਾ ਜਿਹੜੀ ਆਰਮ ਰੇਸ ਸੀਗੀ ਦੋ ਕੰਟਰੀਆਂ ਦੇ ਵਿਚਕਾਰ ਜਿਹੜੀ ਉਹ USSR ਤੇ USA ਦੇ ਵਿਚਕਾਰ ਸੀ ਜਿਹੜੀ ਉਹ ਖਤਮ ਹੋ ਗਈ ਸੀਗੀ ਤੇ ਇਹ ਆਈਡੀਓਲੋਜੀਕਲ ਵਾਰ ਵੀ ਸੀਗੀ ਕੈਪੀਟਲਿਜ਼ਮ ਤੇ ਸੋਸ਼ਲਿਜ਼ਮ ਵਾਲੀ ਸੋ ਉਸ ਤੋਂ ਬਾਅਦ ਹੈ ਜਿਹੜਾ what happened in the USSR when it was totally disintegrated so then a shock therapy was started so in this topic we will get study about what were the consequences of shock therapy and what happened during the shock therapy what were the reasons responsible for shock therapy and what were the problems faced by the people during shock therapy so shock therapy was that the transition of power from authoritarian socialism to capitalist democracy and it was influenced by IMF and the World Bank ਜਿਹੜਾ shock therapy ਸੀਗੀ ਇਹਦੇ ਵਿੱਚ ਕੀ ਸੀਗਾ ਜਿਹੜੀ ਪਾਵਰ ਦਾ ਬਦਲਾਅ ਸੀਗਾ ਜਾਂ ਪਾਵਰ ਦੀ ਮਤਲਬ ਪੋਜੀਸ਼ਨ ਸੀਗੀ ਉਹ ਆਥੋਰੀਟੇਰੀਅਨ ਜਿਹੜਾ ਉਥੋਂ ਦਾ ਸਟਰਕਚਰ ਸੀਗਾ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਸੀਗੀ USSR ਦੇ ਵਿਚਕਾਰ ਉਹਦੇ ਜੋ 12 ਜੋ ਨੀਅਰ ਅਬਾਊਟ 15 ਕੰਟਰੀ ਸੀਗੇ ਉਹਨਾਂ ਦੇ ਵਿੱਚ ਕੀ ਸੀਗਾ ਹੁਣ ਪਾਵਰ ਸੀਗੀ ਜਿਹੜੀ ਉਹ ਡੈਮੋਕ੍ਰੇਸੀ ਦੇ ਵਿੱਚ ਚੇਂਜ ਹੋ ਗਈ ਸੀਗੀ ਸੋ ਇਹ IMF ਤੇ ਵਰਲਡ ਬੈਂਕ ਦੁਆਰਾ ਕੀ ਕਰਿਆ ਗਿਆ ਸੀਗਾ ਇਨਫਲੂਐਂਸ ਕੀਤਾ ਗਿਆ ਸੀਗਾ ਕੰਟਰੀਆਂ ਨੂੰ ਮੋਟੀਵੇਟ ਕੀਤਾ ਗਿਆ ਸੀਗਾ ਤਾਂ ਵਾਟ ਵਰ ਦਾ ਰੀਜ਼ਨਸ ਕਿ ਇਹਦੇ ਵਿੱਚ ਕੀ ਹੋਇਆ ਸੀਗਾ ਸ਼ੌਕ ਥੈਰੇਪੀ ਦੇ ਵਿੱਚ ਸੋ ਸ਼ੌਕ ਥੈਰੇਪੀ ਦੇ ਵਿੱਚ ਕੀ ਸੀਗਾ ਜਿਹੜਾ ਟੋਟਲੀ ਆਪਾਂ ਮਤਲਬ ਜੋ ਇਹਦਾ ਸਮ ਅਪ ਹੈ ਉਹ ਕੀ ਸੀਗਾ ਜਿਹੜਾ ਸੋਸ਼ਲਿਜ਼ਮ ਟੂ ਗਵਰਨਮੈਂਟ ਟੂ ਪ੍ਰਾਈਵੇਟ ਸਿਸਟਮ ਦੇ ਵਿੱਚ ਜਿਹੜਾ ਕੀ ਹੋ ਗਿਆ ਸੀਗਾ ਚੇਂਜ ਹੋ ਗਿਆ ਸੀਗਾ ਇਸ ਤੋਂ ਪਹਿਲਾਂ ਕੀ ਸੀਗਾ ਸੋਸ਼ਲਿਜ਼ਮ ਦੇ ਵਿੱਚ ਜੋ USSR ਦਾ ਸਿਸਟਮ ਸੀਗਾ ਉੱਥੇ ਕਲੈਕਟਿਵ ਫਾਰਮਿੰਗ ਸੀਗੀ ਕਲੈਕਟਿਵ ਫਾਰਮਿੰਗ ਦੇ ਵਿੱਚ ਕੀ ਸੀਗਾ ਜਿਹੜੇ ਰਿਸੋਰਸ ਹੁੰਦੇ ਨੇਗੇ ਸਾਰੇ ਕਿਸਾਨ ਕੀ ਨੇਗੇ ਆਪਣੇ ਰਿਸੋਰਸ ਨੂੰ ਇੱਕ ਜਗ੍ਹਾ ਤੇ ਪੂਲ ਕਰਕੇ ਉਹ ਸਾਰੇ ਜਿਹੜੀ ਖੇਤੀ ਹੈ ਐਗਰੀਕਲਚਰ ਹੈ ਜਿਹੜੇ ਉਹ ਇਕੱਠੇ ਕਰਦੇ ਆ ਬਟ ਹੁਣ ਕੀ ਸੀਗਾ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀਗਾ ਤਾਂ ਸੋਵੀਅਤ ਯੂਨੀਅਨ ਦੇ ਜਿਹੜਾ ਵਾਰਸਾ ਪੈਕਟ ਸੀਗਾ ਵਾਰਸਾ ਪੈਕਟ ਇੱਕ ਇਹਦਾ ਮਿਲਟਰੀ ਗਰੁੱਪ ਸੀਗਾ ਇਹ ਵੀ ਟੁੱਟ ਗਿਆ ਸੀਗਾ ਹੁਣ ਜਿਹੜੇ ਕੰਟਰੀ ਸੀਗੇ ਉਹ ਕਿੱਧਰ ਮੂਵ ਕਰਨ ਲੱਗੇ ਸੀਗੇ ਨਾਟੋ ਵੱਲ ਦੂਸਰਾ ਉਹ ਸਾਰੇ ਕੰਟਰੀਆਂ ਨੂੰ ਕੀ ਅਡਾਪਟ ਕਰਨਾ ਪਿਆ ਪ੍ਰਾਈਵੇਟਿਜ਼ਮ ਪਲੱਸ ਕੈਪੀਟਲਿਜ਼ਮ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਨੇ ਆਪਾਂ ਹੁਣ ਉਹਨਾਂ ਨੇ ਜੋ ਵੀ ਸਿਸਟਮ ਹੈਗਾ ਸੀ ਉਹਨਾਂ ਦੀ ਮਾਰਕੀਟ ਸੀਗੀ ਐਗਰੀਕਲਚਰ ਸੀਗੀ ਉਹ ਸਾਰੀ ਕੀ ਕਰ ਲਿਆ ਉਹਨਾਂ ਨੇ ਪ੍ਰਾਈਵੇਟ ਕਰ ਲਿਆ ਪਲੱਸ ਕੀ ਸੀਗਾ ਉੱਥੇ ਡੈਮੋਕ੍ਰੇਸੀ ਐਸਟੈਬਲਿਸ਼ ਹੋ ਗਈ ਤੇ ਉਹ ਇਸ ਗਰੁੱਪ ਦੇ ਨਾਲੋਂ ਬਿਲਕੁਲ ਹੀ ਟੁੱਟ ਗਏ ਤੇ ਉਹਨਾਂ ਨੇ ਨਿਊ ਗਰੁੱਪ ਵਾਲਾ ਜਿਹੜਾ ਜੁੜਨਾ ਸਟਾਰਟ ਕਰਤਾ ਤੇ ਨਿਊ ਮਾਰਕੀਟ ਵੱਲ ਨਿਊ ਮਾਰਕੀਟ ਕਿਹੜੀ ਸੀਗੀ USA ਸੋ ਇਹ ਹੈਗਾ ਸੀਗਾ ਸਿਸਟਮ ਵੀ ਸ਼ੌਕ ਥੈਰੇਪੀ ਦੇ ਵਿੱਚ ਕੀ ਹੋਇਆ ਸੀਗਾ ਸੋ ਨਾਓ ਕਮ ਔਨ ਦੈਟ what were the consequences of shock therapy consequences ਸੋ ਸਭ ਤੋਂ ਜਿਹੜਾ ਮੇਨ ਰੀਜ਼ਨ ਸੀਗਾ ਜਿਹੜੀ ਇਹਦੀ ਪ੍ਰਾਪਰਟੀ ਸੀਗੀ
What was the percentage of property that was sold up to throwaway prices? Sir, 90%. ਜਿਹੜੀ 90% ਪ੍ਰਾਪਰਟੀ ਸੀਗੀ ਇੰਡਸਟਰੀ ਸੀਗੀ ਉਹ ਕੀ ਕਰਦੀ ਸੀਗੀ ਸੇਲ ਕਰਦੀ ਸੀਗੀ ਥਰੋਅਵੇ ਪ੍ਰਾਈਸਸ ਤੇ। ਸੋ ਥਰੋਅਵੇ ਪ੍ਰਾਈਸਸ ਦਾ ਮੀਨਿੰਗ ਕੀ ਹੈ ਕਿਉਂਕਿ ਪਹਿਲਾਂ ਇਹ ਜਿਹੜੀ ਪ੍ਰਾਪਰਟੀ ਸੀਗੀ ਇਹ ਸਰਕਾਰ ਦੇ ਕੰਟਰੋਲ ਦੇ ਵਿੱਚ ਸੀਗੀ, ਹੁਣ ਸਰਕਾਰੀ ਸਿਸਟਮ ਸੀ ਜਿਹੜਾ ਟੁੱਟ ਗਿਆ। ਸਿਸਟਮ ਹੈ ਜਿਹੜਾ ਟੁੱਟਣ ਕਰਕੇ ਉਹ ਕੀ ਕਰਨਾ ਸੀਗਾ ਲੋਕਾਂ ਦੀ ਪ੍ਰਾਪਰਟੀ ਸੀਗੀ ਤੇ ਹੁਣ ਉਹ ਪ੍ਰਾਈਵੇਟ ਲੋਕਾਂ ਨੂੰ ਵੇਚੀ, ਉਹਨਾਂ ਨੂੰ ਵਾਊਚਰ ਵੰਡੇ ਗਏ, ਠੀਕ ਹੈ, ਔਰ ਜੋ ਕਿ ਬਲੈਕ ਮਾਰਕੀਟ ਦੇ ਵਿੱਚ ਵਿਕੇ, ਠੀਕ ਹੈ। ਤਾਂ 90% ਪ੍ਰਾਪਰਟੀ ਸੀ ਜਿਹੜੀ ਉਹ ਥਰੋਅਵੇ ਪ੍ਰਾਈਸਸ ਤੇ ਵਿਕੀ, ਜਿਹਦੇ ਨਾਲ ਉੱਥੇ ਗਰੀਬੀ ਬਹੁਤ ਜ਼ਿਆਦਾ ਆ ਗਈ ਸੀਗੀ। ਮੰਨ ਲਓ ਸਮਟਾਈਮਸ ਵੀ ਆਰ ਹੈਵਿੰਗ ਵਹੀਕਲ ਕਿ ਕੋਈ ਐਮਰਜੈਂਸੀ ਹੁੰਦੀ ਹੈ, ਸਾਡੇ ਲਵੇ ਕਾਰ, ਗੱਡੀ, ਮੋਟਰਸਾਈਕਲ ਜਾਂ ਕੋਈ ਘਰ ਤਾਂ ਜਾਂ ਜ਼ਮੀਨ ਅਸੀਂ ਕੋਈ ਮਜਬੂਰੀ ਪੈ ਜਾਂਦੀ ਹੈ, ਜੋ ਮੰਨ ਲਓ ਕਿਸੇ ਚੀਜ਼ ਦਾ ਰੇਟ 10 ਲੱਖ ਦਾ ਹੈ ਬਟ ਮਜਬੂਰੀ ਕਾਰਨ ਅਸੀਂ 8 ਲੱਖ ਦੇ ਵਿੱਚ ਵੇਚਦੇ ਹਾਂ। ਤਾਂ ਸੇਮ ਥਿੰਗ ਵਾਸ ਹੈਪਨਡ ਹੇਅਰ ਕਿ 90% ਜਿਹੜੀ ਪ੍ਰਾਪਰਟੀ ਸੀਗੀ ਉਹ ਥਰੋਅਵੇ ਪ੍ਰਾਈਸਸ ਤੇ ਡਿੱਗੀ, ਜਿਹਦੇ ਕਰਕੇ ਰਸ਼ੀਆ ਤੇ ਬਾਕੀ ਕੰਟਰੀਆਂ ਦੇ ਵਿੱਚ ਜਿਹੜਾ ਗਰੀਬੀ ਹੈ, ਜਿਹੜੀ ਇਨਫਲੇਸ਼ਨ ਹੈ, ਮਹਿੰਗਾਈ ਤੇ ਪਾਵਰਟੀ ਬਹੁਤ ਜ਼ਿਆਦਾ ਜਿਹੜਾ ਹਾਈ ਲੈਵਲ ਤੇ ਆ ਗਈ ਸੀ। ਦੂਸਰਾ ਕੀ ਜਿਹੜਾ ਕਰੰਸੀ ਸੀ ਉਥੋਂ ਦੀ ਰਬਲ, ਉਹ ਹੈ ਜਿਹੜਾ ਹੁਣ ਤੱਕ ਦੇ ਸਭ ਤੋਂ ਮਤਲਬ ਲੋ ਲੈਵਲ ਦੇ ਮਤਲਬ ਡਿੱਗੀ ਸੀਗੀ ਜਿਹੜੀ ਕਰੰਸੀ, ਜਿਵੇਂ ਆਪਾਂ ਕਹਿੰਦੇ ਵੀ ਡਿਵੈਲੂਏਟ ਹੋ ਗਈ ਸੀਗੀ। ਜਿਵੇਂ ਭਾਰਤ ਦਾ ਜਿਹੜਾ ਰੁਪਈਆ ਡਾਲਰ ਦੇ ਮੁਕਾਬਲੇ ਜਿਹੜਾ ਇਸ ਟਾਈਮ ਹੈ ਜਿਹੜਾ ਪੀਕ ਲੈਵਲ ਤੇ ਹੈ ਜਿਹੜਾ ਉਹ ਡਿਵੈਲੂਏਟ ਹੋਇਆ ਜਾਂ ਡਿੱਗਿਆ ਹੋਇਆ ਹੈ, ਤੇ ਡਾਲਰ ਦੀ ਜਿਹੜੀ ਅਪਰੋਕਸ ਕੀਮਤ ਹੈਗੀ ਨੀਅਰ ਅਬਾਊਟ 70 ਹੈ, ਠੀਕ ਹੈ। ਤਾਂ ਰਬਲ ਹੈ ਜਿਹੜੀ ਉਹਨਾਂ ਦੀ ਕਰੰਸੀ ਸੀਗੀ ਡਿਵੈਲੂਏਟ ਹੋ ਗਈ ਸੀਗੀ ਬਿਕੋਜ਼ ਆਫ ਇਨਫਲੇਸ਼ਨ, ਔਰ ਮਾਫੀਆ ਸੀਗਾ ਜਿਹੜਾ ਇਮਰਜ ਹੋ ਗਿਆ ਸੀਗਾ। ਮਾਫੀਆ ਇਮਰਜੈਂਸ ਦਾ ਮੀਨਿੰਗ ਕੀ ਸੀਗਾ, ਇੱਕੋ ਦਮ ਜਦੋਂ ਕਿਸੇ ਚੀਜ਼ ਦੇ ਵਿੱਚ ਅਸੀਂ ਬਦਲਾਅ ਲੈ ਕੇ ਆਉਨੇ ਆ ਤਾਂ ਉੱਥੇ ਜਿਹੜਾ ਜਦੋਂ ਪ੍ਰਾਈਵੇਟ ਕੰਮ ਹੋਇਆ ਤਾਂ ਹਰੇਕ ਚੀਜ਼ ਦੇ ਵਿੱਚ ਮਾਫੀਆ ਇਮਰਜ ਹੋ ਗਿਆ, ਬਲੈਕ ਮਾਰਕੀਟਿੰਗ ਹੋ ਗਈ, ਹਰੇਕ ਚੀਜ਼ ਦੇ ਉੱਪਰ ਜਿਹੜਾ ਕਿਸੇ ਜਿਹੜੇ ਰਿਚ ਲੋਕ ਸੀਗੇ ਜਾਂ ਜਿਹੜੇ ਗੁੰਡੇ ਸੀਗੇ ਉਹਨਾਂ ਦੀ ਕੀ ਹੋ ਗਿਆ, ਇੱਕ ਡੋਮੀਨੈਂਟ ਹੈ ਜਿਹੜਾ ਉਹ ਕ੍ਰੀਏਟ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਕੁਝ ਮਤਲਬ ਸਿਸਟਮ ਹੈ ਜਿਹੜਾ ਸਮੂਥਲੀ ਚੱਲਿਆ ਤੇ ਪ੍ਰੈਜ਼ੀਡੈਂਸ਼ੀਅਲ ਦਾ ਜਿਹੜਾ ਉੱਥੇ ਸਿਸਟਮ ਹੋ ਗਿਆ ਸੀਗਾ। ਪ੍ਰੈਜ਼ੀਡੈਂਟ ਸੀਗੇ ਜਿਹੜੇ ਉਹ ਕੀ ਹੋ ਗਿਆ ਬਿਕਮ ਡਿਕਟੇਟਰ, ਔਰ ਕੀ ਸੀਗਾ 5 ਸਾਲਾਂ ਬਾਅਦ ਉਹਨਾਂ ਨੇ ਦੁਬਾਰਾ ਫਿਰ ਆਪਣੇ ਆਪ ਨੂੰ ਜਿਹੜਾ ਰੀਇਲੈਕਟ ਕਰਨਾ ਸਟਾਰਟ ਹੋ ਗਿਆ ਕਰਤਾ। ਤੇ ਇਹ ਤੋਂ ਬਾਅਦ ਕੀ ਆਪਾਂ ਨੇ ਉੱਥੇ ਦੇਖਿਆ ਵੀ ਕੋਈ ਜ਼ਿਆਦਾ ਉਹਨਾਂ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਹੋਈ ਹੈਗੀ, ਬਟ ਰਸ਼ੀਆ ਦਾ ਜੋ ਸਿਸਟਮ ਸੀਗਾ ਉਹਦੇ ਵਿੱਚ ਬਹੁਤ ਜ਼ਿਆਦਾ ਉਥਲ-ਪੁਥਲ ਹੋਈ, ਮਹਿੰਗਾਈ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ, ਠੀਕ ਹੈ। ਔਰ ਰਸ਼ੀਆ ਕੀ ਬਣ ਗਿਆ ਸੀਗਾ ਤਾਂ ਰਸ਼ੀਆ ਦੇ ਵਿੱਚ ਕੀ ਸੀਗਾ ਜਿਹੜਾ ਰਸ਼ੀਆ ਨੇ USSR ਦੀ ਜੋ ਵੀ ਰਿਸਪੌਂਸਿਬਿਲਿਟੀ ਸੀਗੀਆਂ ਉਹ ਰਸ਼ੀਆ ਦੇ ਕੋਲ ਆ ਗਈਆਂ ਸੀਗੀਆਂ। ਜੋ USSR ਦੀਆਂ ਪਾਵਰ ਸੀਗੀਆਂ, ਜਿਹੜਾ ਰਸ਼ੀਆ ਸੀਗਾ ਨਾउ ਬਿਕਮ ਮੈਂਬਰ ਆਫ UNSC ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਮੈਂਬਰ ਬਣ ਗਿਆ ਸੀਗਾ ਰਸ਼ੀਆ, ਠੀਕ ਹੈ। ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਥਰੋਅਵੇ ਪ੍ਰਾਈਸਸ ਤੇ ਮਤਲਬ ਵੇਚੀ ਗਈ, ਕਰੰਸੀ ਡਾਊਨ ਹੋ ਗਈ ਸੀਗੀ, ਠੀਕ ਹੈ। ਮਾਫੀਆ ਮਰਜ ਹੋ ਗਿਆ ਸੀਗਾ, ਫੂਡ ਸ਼ਾਰਟੇਜ ਹੋ ਗਈ, ਪਲੱਸ ਕੀ ਸੀਗਾ ਜਿਹੜੇ ਕੰਟਰੀ ਸੀਗੇ ਉਹ ਨਾਟੋ ਵਾਲਾ ਜਿਹੜਾ ਉਹ ਮੂਵ ਕਰਨ ਲੱਗੇ, ਠੀਕ ਹੈ। ਤਾਂ ਸ਼ੌਕ ਥੈਰੇਪੀ ਦੀਆਂ ਇਹ ਸਾਰੀਆਂ ਘਟਨਾਵਾਂ ਸੀਗੀਆਂ ਜੋ ਫੇਸ ਕੀਤੀਆਂ ਗਈਆਂ। ਸੋ these were the consequences of shock therapy, ਠੀਕ ਹੈ। ਮੰਨ ਲਓ I have given you just brief intro ਕਿ ਜਿਹੜੀ brief explanation ਹੈ ਜਿਹੜੀ ਇਹ ਡੀਪ ਰੂਟ ਦੇ ਵਿੱਚ ਨਹੀਂ ਹੈਗੀ। ਇਹ ਜਦੋਂ ਤੁਸੀਂ ਇਸ ਨੂੰ ਪੜੋਗੇ ਜਸਟ ਇਹ ਕੀ ਹੈ ਇਮੇਜਿਨੇਸ਼ਨ ਹੈ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਇੱਕ ਤਸਵੀਰ ਬਣ ਜੂਗੀ। ਜਸਟ ਇਟ ਇਜ਼ ਅ ਵੈਬ ਚਾਰਟ ਕਿ ਮਤਲਬ ਜਦੋਂ ਤੁਸੀਂ ਤੁਹਾਡੇ ਇਹ ਗੱਲ ਦਿਮਾਗ ਦੇ ਵਿੱਚ ਆ ਗਈ ਵੀ ਸ਼ੌਕ ਥੈਰੇਪੀ ਕੀ ਸੀਗੀ, ਕੀ ਹੋਇਆ ਸੀਗਾ, then you can write with your previous knowledge, ਠੀਕ ਹੈ। ਜੋ ਤੁਹਾਡੀ ਆਪਣੀ ਨੌਲੇਜ ਹੈ ਉਹਨੂੰ ਯੂਜ਼ ਕਰਕੇ ਤੁਸੀਂ ਕੀ ਹੈ ਇਹਨੂੰ ਮਤਲਬ ਇੱਕ 150 ਟੌਪ ਲਾਈਨ ਦੇ ਵਿੱਚ ਜਿਹੜਾ ਲਿਖ ਸਕਦੇ ਹੋ। ਸੋ this is not a matter of writing ਕਿ ਤੁਸੀਂ ਕਿੰਨੀ ਲੈਂਥ ਲਿਖੀ ਹੈ, ਬਟ ਇਟ ਸ਼ੁੱਡ ਵੀ ਕੀ ਹੈ ਮੀਨਿੰਗਫੁਲ। ਇਹਦੇ ਵਿੱਚ ਜਿਹੜਾ ਯੂਜ਼ਫੁਲ ਜਿਹੜੀਆਂ ਵੈਲਿਊਏਬਲ ਚੀਜ਼ਾਂ ਲਿਖਣੀਆਂ ਨੇਗੀਆਂ, ਇਹ ਨਹੀਂ ਹੈਗਾ ਵੀ ਤੁਸੀਂ ਪੁਆਇੰਟ ਤੋਂ ਸਾਈਡ ਤੇ ਜਾ ਰਹੇ ਹੋ। ਸੋ ਜੇ ਤੁਹਾਨੂੰ 6 ਮਾਰਕ ਦਾ ਕੁਐਸਚਨ ਆਉਂਦਾ then word limit should not be exceeded more than 150 words, okay।
ਸੋ ਰਸ਼ੀਆ ਦੇ ਵਿੱਚ USSR ਦੇ ਵਿੱਚ ਜਿੰਨੀ ਕੰਟਰੀ ਸੀਗੇ ਉਹ ਕੀ ਹੋ ਗਏ ਸੀਗੇ, ਸੈਪਰੇਟ ਹੋ ਗਏ ਸੀਗੇ। ਸੈਪਰੇਟ ਹੋਣ ਤੋਂ ਬਾਅਦ ਜਿਹੜਾ ਕੁਝ ਕੰਟਰੀ ਹੈ ਜਿਹੜਾ ਐਟ ਪ੍ਰੈਜ਼ੈਂਟ ਆਈ ਵਿਲ ਟਾਕ ਅਬਾਊਟ ਯੂਕਰੇਨ। ਯੂਕਰੇਨ ਵਾਸ ਪਾਰਟ ਆਫ USSR। ਸੋ ਤਾਂ ਜਿਹੜਾ ਇਹਨਾਂ ਦੇ ਮਤਲਬ ਰਸ਼ੀਆ ਨੇ ਇੱਕ ਮਤਲਬ ਇਹਨਾਂ ਦੀ ਜੋ ਸ਼ਰਤ ਸੀਗੀ ਉਹ ਕੀ ਸੀਗੀ ਵੀ ਇਹ ਜੇ ਨਹੀਂ ਰਸ਼ੀਆ ਦੇ ਨਾਲ ਰਹਿਣਾ ਚਾਹੁੰਦੇ, USSR ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਨਾਟੋ ਨੂੰ ਵੀ ਨਹੀਂ ਜੁਆਇਨ ਕਰਨਗੇ। ਓਕੇ, ਮਤਲਬ USA ਵੱਲ ਨਹੀਂ ਜਾਣਗੇ। ਤਾਂ ਜਿਹੜਾ ਹੁਣ ਯੂਕਰੇਨ ਉਹ ਕਿਸ ਸਾਈਡ ਜਾ ਰਿਹਾ, ਇਸ ਸਾਈਡ ਜਾ ਰਿਹਾ ਸੀਗਾ, ਜਿਸ ਕਰਕੇ ਜੋ ਵਲਾਦੀਮੀਰ ਜਿਹੜਾ ਪੁਤਿਨ ਹੈ ਜਿਹੜਾ ਉਹਨੇ ਮਤਲਬ ਹੁਣ ਹਮਲਾ ਕੀਤਾ ਯੂਕਰੇਨ ਤੇ, ਤਾਂ ਉਹਦਾ ਇਹੀ ਕਾਰਨ ਸੀਗਾ। ਇਹਨਾਂ ਦੇ ਵਿੱਚ ਜਿਵੇਂ ਯੂਗੋਸਲਾਵੀਆ ਹੋ ਗਿਆ, ਠੀਕ ਹੈ, ਕਾਫੀ ਜਿਹੜੇ ਕੰਟਰੀ ਸੀਗੇ, ਕੈਜ਼ੋਸਲੋਵਾਲੀਆ, ਉਹਨਾਂ ਦੇ ਵਿੱਚ ਕੁਝ ਕੰਟਰੀ ਦਾ ਮਤਲਬ ਬਿਲਕੁਲ ਹੀ ਕੰਪਰੋਮਾਈਜ਼ ਦੇ ਨਾਲ ਅਲੱਗ ਹੋ ਗਏ ਸੀਗੇ, ਤੇ ਕੁਝ ਕੰਟਰੀ ਸੀਗੇ ਜਿਹੜੇ ਉਹਨਾਂ ਨੂੰ ਸਿਵਲ ਵਾਰ ਦਾ ਸਾਹਮਣਾ ਕਰਨਾ ਪਿਆ। ਸਿਵਲ ਵਾਰ ਮੀਨਸ ਜਿਵੇਂ ਜੰਮੂ ਐਂਡ ਕਸ਼ਮੀਰ ਦਾ ਮੈਟਰ ਹੋਇਆ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਅਸਾਮ ਦੇ ਵਿੱਚ ਹੋਇਆ, ਆਂਧਰਾ ਪ੍ਰਦੇਸ਼ ਦੇ ਵਿੱਚ ਹੋਇਆ, ਮਿਜ਼ੋਰਮ ਦੇ ਵਿੱਚ। ਇਹ ਸਟੇਟਸ ਨੇ, ਔਰ ਇੱਕ ਐਗਜ਼ਾਮਪਲ ਹੈ ਜਿਹੜਾ ਸ਼੍ਰੀਲੰਕਾ ਦੀ ਐਗਜ਼ਾਮਪਲ ਹੈ। ਇੱਕ ਕੁਝ ਕੰਟਰੀਆਂ ਦੇ ਵਿੱਚ ਜਿਹੜਾ ਸਿਵਲ ਵਾਰ ਹੋਈ ਤੇ ਕੁਝ ਕੰਟਰੀ ਹੈ ਜਿਹੜਾ ਇੱਕ ਸਮਝੌਤੇ ਦੇ ਅੰਡਰ ਹੈ ਜਿਹੜਾ ਉਹ ਆਪਦੇ ਆਪ ਤੋਂ ਇੱਕ ਸਟੇਟ ਤੋਂ ਦੂਜੀ ਸਟੇਟ ਬਣ ਗਏ, ਤੇ ਇੱਕ ਕੰਟਰੀ ਦੇ ਵਿੱਚ ਜਿਹੜਾ ਸ਼੍ਰੀਲੰਕਾ ਦੇ ਵਿੱਚ ਸੀਗਾ ਸਿਵਲ ਵਾਰ ਹੋਈ ਬਿਕੋਜ਼ ਆਫ ਦਾ ਐਥਨਿਕ ਗਰੁੱਪ। ਕਿਹੜੀ ਸੀਗੇ? ਸ਼੍ਰੀਲੰਕਨ ਤਮਿਲ ਸੀ ਤੇ ਇੱਕ ਪਾਸੇ ਇੰਡੀਅਨ ਤਮਿਲ ਸੀਗੇ। ਸੋ ਆਈ ਐਮ ਰਿਲੇਟਿੰਗ ਦਿਸ ਟੌਪਿਕ ਵਿਦ ਦ USSR ਟੌਪਿਕ। ਜਿਹੜੇ ਕੰਟਰੀ ਸੀਗੇ ਉਹਨਾਂ ਦੇ ਵਿਚਕਾਰ ਸਿਵਲ ਵਾਰ ਹੋਈ ਤੇ ਕੁਝ ਕੰਟਰੀ ਪਿਆਰ ਨਾਲ ਅਲੱਗ ਹੋਏ ਤੇ ਕੁਝ ਨੂੰ ਸਿਵਲ ਵਾਰ ਦਾ ਸਾਹਮਣਾ ਕਰਨਾ ਪਿਆ। ਸੋ ਨਾਓ ਕਮ ਔਨ ਦ ਟੌਪਿਕ ਪੋਸਟ ਕਮਿਊਨਿਸਟ ਵਰਲਡ। ਪੋਸਟ ਮੀਨਸ ਕੋਈ ਵੀ ਚੀਜ਼ ਹੈ ਜਿਹੜੀ ਆਲਰੇਡੀ ਜਿਹੜਾ ਪਾਸਟ ਦੇ ਵਿੱਚ ਚਲੀ ਗਈ, ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਨੇ ਮਤਲਬ ਲੰਘ ਗਈ, ਜਿਵੇਂ ਆਪਾਂ ਡਾਕ ਦੇ ਵਿੱਚ ਪੋਸਟ ਕਰਦੇ ਆ। ਕਮਿਊਨਿਸਟ ਕੀ ਸੀਗਾ? ਕਮਿਊਨਿਜ਼ਮ ਜਾਂ ਸੋਸ਼ਲਿਜ਼ਮ, ਤਾਂ ਹੁਣ ਉਹ ਟੁੱਟ ਗਿਆ ਸੀਗਾ। ਸੋ ਵਾਟ ਵਾਸ ਦਾ ਰਿਲੇਸ਼ਨ ਆਫ ਇੰਡੀਆ ਵਿਦ ਰਸ਼ੀਆ? ਸੋ ਇੰਡੀਆ ਦਾ ਜਿਹੜਾ ਬੈਸਟ ਫਰੈਂਡ ਆ ਉਹ ਰਸ਼ੀਆ। ਜਦੋਂ ਵੀ ਕਿਤੇ ਕੋਈ ਲੋੜ ਪਈ ਹੈ ਤਾਂ ਰਸ਼ੀਆ ਜਿਹੜਾ ਇੰਡੀਆ ਨੂੰ ਮਤਲਬ ਸਪੋਰਟ ਕਰਦਾ ਹੈ, ਬੈਕ ਸਪੋਰਟ ਕਰਦਾ ਹੈ। whether it was the war with Pakistan or with China or with America, so all the time Russia is standing with India। ਤਾਂ ਕਿਵੇਂ ਸਟੈਂਡ ਕਰਦਾ? ਜਿਹੜਾ ਸਾਡੇ ਜਿਹੜਾ 80 ਬਾਇਲੇਟਰਲ ਹੁੰਦੇ ਦੋ ਕੰਟਰੀਆਂ ਦੇ ਵਿਚਕਾਰ, ਦੋ NGO ਦੇ ਵਿਚਕਾਰ, ਦੋ ਪਰਸਨ ਦੇ ਵਿਚਕਾਰ ਕੋਈ ਸਮਝੌਤਾ ਹੁੰਦਾ ਹੈ, ਠੀਕ ਹੈ, ਜਾਂ ਕੋਈ ਰੈਜ਼ੋਲੂਸ਼ਨ ਪਾਸ ਹੁੰਦਾ ਹੈ। ਤਾਂ 80 ਬਾਇਲੇਟਰਲ ਪ੍ਰੋਗਰਾਮ ਨੇ ਜਿਹੜੇ ਸਾਡੇ ਉਹ ਸਾਈਨ ਹੋਏ ਨੇ ਰਸ਼ੀਆ ਦੇ ਨਾਲ, प्लस 20 साल ਜਿਹੜਾ फ्रेंडशिप ट्रीटी है ਜਿਹੜਾ ਉਹ ਸਾਈਨ ਹੋਈ ਹੈ। और प्लस ਇਹ ਜਿਹੜਾ ਸਾਨੂੰ ਯੂਕਰੇਨ, ਰਸ਼ੀਆ ਹੋ ਗਿਆ, ਉਜ਼ਬੇਕਿਸਤਾਨ ਹੋ ਗਿਆ, ਇਹਨਾਂ ਤੋਂ ਅਸੀਂ ਨੈਚੁਰਲ ਗੈਸ, ਆਰਮੇਸ਼ਨਸ ਜੋ ਵੀ ਸਾਡੀ ਮਤਲਬ ਵੈਪਨ ਹੋ ਗਏ, ਔਰ ਕੋਲੈਬੋਰੇਸ਼ਨ ਦੇ ਨਾਲ ਜੋ ਸਾਡੀ ਇੰਡੀਅਨ ਮਿਲਟਰੀ ਹੈ ਔਰ ਰਸ਼ੀਅਨ ਮਿਲਟਰੀ ਦੇ ਨਾਲ ਕੀ ਕਰਦੇ ਹੈ। ਸੋ ਇਹਦੇ ਵਿੱਚ ਕਹਿ ਸਕਦੇ ਵੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਜਿਵੇਂ ਗੈਸ ਹੋ ਗਈ, ਸਾਡੇ ਹਥਿਆਰ ਹੋ ਗਏ, ਕੋਈ ਵੈਪਨ ਕਿਸੇ ਵੀ ਤਰ੍ਹਾਂ ਦਾ, ਉਹ ਸਾਨੂੰ ਰਸ਼ੀਆ ਸਪਲਾਈ ਕਰਦਾ ਹੈ। ਸਪਲਾਈ ਕਰਨ ਦੇ ਨਾਲ ਨਾਲ ਰਸ਼ੀਆ ਜਿਹੜਾ ਸਾਨੂੰ ਸਪੋਰਟ ਕਰਦਾ। ਔਰ ਸੋ ਵੀ ਕੈਨ ਸੇ ਕਿ ਇੰਡੀਆ ਇਜ਼ ਵੈਰੀ ਕਲੋਜ਼ ਵਿਦ ਦਿਸ ਗਰੁੱਪ, USSR ਗਰੁੱਪ। ਐਂਡ ਆਰ ਇੰਡੀਅਨ ਇਕਨੋਮੀ ਇਜ਼ ਮਿਕਸਡ ਇਕਨੋਮੀ। ਕਿਵੇਂ ਹੈ? ਕਿਉਂਕਿ ਅਸੀਂ ਕੈਪੀਟਲਿਜ਼ਮ ਵੀ ਫੋਲੋ ਕਰਦੇ ਹਾਂ ਔਰ ਸੋਸ਼ਲਿਜ਼ਮ ਵੀ ਫੋਲੋ ਕਰਦੇ ਹਾਂ। So students, from this chapter, out of this chapter, total 3 or 4 questions are there. पहला question है क्या? What were the factors of disintegration of Soviet Union or USSR? और उसको पहले पूछा जा सकता कि what was USSR group? तो ਉਹਦੇ ਵਿੱਚ ਲਿਖਣਾ ਤੁਸੀਂ ਨੇ ਕਿ ਇਹ 15 ਕੰਟਰੀਆਂ ਦਾ ਇੱਕ ਯੂਨੀਅਨ ਸੀਗਾ, ਠੀਕ ਹੈ। ਉਹਨਾਂ ਦੀ ਆਪਦਾ ਜਿਹੜਾ ਕਰੰਸੀ ਸੀਗੀ, ਸਾਰਾ ਕੁਝ ਉਹਨਾਂ ਦਾ ਮਿਕਸ ਸੀਗਾ, ਇੱਕੋ ਸੀਗਾ। ਤੇ ਉਸ ਤੋਂ ਬਾਅਦ ਜਿਹੜਾ ਉਹ ਮਤਲਬ ਜਿਹੜਾ ਟੁੱਟਿਆ, ਕੀ ਰੀਜ਼ਨ ਸੀਗੇ ਡਿਸਇੰਟੀਗ੍ਰੇਸ਼ਨ ਦੇ, ਔਰ ਟੁੱਟਣ ਤੋਂ ਬਾਅਦ ਉਹਦਾ ਰਿਜ਼ਲਟ ਕੀ ਆਇਆ। ਫਿਰ ਉਸ ਤੋਂ ਬਾਅਦ ਰਸ਼ੀਆ ਦੇ ਵਿਚਕਾਰ ਕੀ ਹੋਇਆ? ਜਿਹੜਾ ਸ਼ੌਕ ਥੈਰੇਪੀ ਸੀਗੀ, ਠੀਕ ਹੈ। ਸ਼ੌਕ ਥੈਰੇਪੀ ਹੈਗੀ ਕੀ ਸੀਗੀ? ਪਾਵਰ ਦੀ ਟ੍ਰਾਂਜੀਸ਼ਨ ਸੀਗੀ ਸੋਸ਼ਲਿਜ਼ਮ ਟੂ ਕੈਪੀਟਲਿਜ਼ਮ ਡੈਮੋਕ੍ਰੇਸੀ ਤੱਕ। ਫਿਰ ਉਹਦੇ ਵਿਚਕਾਰ ਹੋਇਆ ਕੀ ਸੀਗਾ ਤੇ ਉਸ ਤੋਂ ਦਾ ਰਿਜ਼ਲਟ ਕੀ ਸੀਗਾ। ਦੈਨ ਕੀ ਹੈ? ਇੰਡੀਆ ਤੇ ਰਸ਼ੀਆ ਦੇ ਨਾਲ ਰਿਲੇਸ਼ਨ ਕੀ ਨੇਗੇ, ਠੀਕ ਹੈ।
So your chapter has completed. If you can give me your suggestions to make my video more effective. Thanks and have a nice day.